ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਸਾਡੇ YouTube ਚੈਨਲ ਮਾਸਕ ਐਜੂਕੇਸ਼ਨ 'ਤੇ। ਅੱਜ ਆਪਾਂ ਜਿਹੜਾ ਇਤਿਹਾਸ ਦਾ ਦੂਜਾ ਪਾਰਟ ਹੈ ਉਹ ਦੂਜੇ ਪਾਰਟ ਰਾਹੀਂ ਆਪਾਂ ਇਤਿਹਾਸ ਦੇ ਜਿਹੜੇ ਬਹੁ ਵਿਕਲਪੀ ਪ੍ਰਸ਼ਨ ਨੇ ਉਹਨਾਂ ਨੂੰ ਕੰਪਲੀਟ ਕਰਾਂਗੇ। ਅਤੇ ਇਸ ਦੇ ਵਿੱਚ ਤੁਹਾਡਾ ਪਾਠ ਨੰਬਰ 15 ਹੈ ਜਾਤੀ ਪ੍ਰਥਾ ਨੂੰ ਚੁਣੌਤੀ। ਇਸ ਦੇ ਵਿੱਚ ਪ੍ਰਸ਼ਨ ਨੰਬਰ 79 ਹੈ, ਕਿਸ ਕਾਲ ਸਮੇਂ ਜਾਤੀ ਪ੍ਰਥਾ ਪ੍ਰਚਲਿਤ ਸੀ? ਇਸ ਦਾ ਉੱਤਰ ਹੈ ਬੀ, ਯਾਨੀ ਦੂਜਾ, ਮੱਧ ਕਾਲ ਦੇ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਵਿੱਚ ਸੀ। ਅਗਲਾ ਪ੍ਰਸ਼ਨ ਹੈ 80 ਨੰਬਰ, ਆਂਧਰਾ ਪ੍ਰਦੇਸ਼ ਰਾਜ ਦੇ ਸਮਾਜ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ? ਇਸ ਦੇ ਵਿੱਚ ਸਹੀ ਉੱਤਰ ਹੈ ਪਹਿਲਾ, ਯਾਨੀ ਵੀਰ ਸਲਿੰਗਮ ਨੂੰ ਆਂਧਰ ਪ੍ਰਦੇਸ਼ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ 81 ਨੰਬਰ, ਮਹਾਤਮਾ ਗਾਂਧੀ ਜੀ ਨੇ ਕਿਸ ਸਥਾਨ ਤੋਂ ਹਰੀਜਨਾਂ ਦੀ ਭਲਾਈ ਲਈ ਆਪਣਾ ਦੌਰਾ ਸ਼ੁਰੂ ਕੀਤਾ? ਅਤੇ ਇਸ ਦੇ ਵਿੱਚ ਜਿਹੜਾ ਸਹੀ ਉੱਤਰ ਹੈ ਉਹ ਹੈ ਵਰਧਾ ਤੋਂ, ਯਾਨੀ ਪਹਿਲਾ ਜਿਹੜਾ ਹੈ ਉਹ ਸਹੀ ਹੈ। ਅਤੇ ਇਸ ਤੋਂ ਅਗਲਾ ਪ੍ਰਸ਼ਨ ਹੈ 82 ਨੰਬਰ, 19ਵੀਂ ਸਦੀ ਵਿੱਚ ਕਿਸ ਧਰਮ ਦੇ ਪ੍ਰਚਾਰਕਾਂ ਨੇ ਆਦਿਵਾਸੀਆਂ ਅਤੇ ਨੀਵੀਂ ਜਾਤੀਆਂ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਸਥਾਪਿਤ ਕੀਤੇ? ਅਤੇ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਤੀਜਾ ਜਿਹੜਾ ਈਸਾਈ ਧਰਮ ਨੇ। ਅਗਲਾ ਹੈ ਪ੍ਰਸ਼ਨ ਨੰਬਰ 83, 1973 ਈਸਵੀ ਵਿੱਚ ਸੱਤਿਆਸ਼ੋਧਕ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ? ਇਸ ਦਾ ਸਹੀ ਉੱਤਰ ਹੈ ਡੀ, ਯਾਨੀ ਚੌਥਾ, ਜੋਤੀਬਾ ਫੂਲੇ ਨੇ। ਇਸ ਤੋਂ ਅੱਗੇ ਤੁਹਾਡਾ ਪਾਠ ਨੰਬਰ 16 ਹੈ ਜਿਹੜਾ ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਇਸ ਦੇ ਵਿੱਚ ਪ੍ਰਸ਼ਨ ਨੰਬਰ 84 ਹੈ, ਰਾਸ਼ਟਰਪਤੀ ਹਾਊਸ ਕਿੱਥੇ ਹੈ? ਅਤੇ ਇਸ ਦਾ ਸਹੀ ਉੱਤਰ ਹੈ ਦੂਜਾ, ਯਾਨੀ ਕਿ ਦਿੱਲੀ ਦੇ ਵਿੱਚ। 85 ਨੰਬਰ ਪ੍ਰਸ਼ਨ ਹੈ, ਪਲਾਸੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਈਸਟ ਇੰਡੀਆ ਕੰਪਨੀ ਦੀ ਰਾਜਧਾਨੀ ਕਿਹੜੀ ਸੀ? ਅਤੇ ਇਸ ਦਾ ਸਹੀ ਉੱਤਰ ਹੈ ਸੀ, ਕਲਕੱਤਾ। ਅਗਲਾ ਪ੍ਰਸ਼ਨ ਹੈ 86 ਨੰਬਰ, ਪੁਲਿਸ ਵਿਭਾਗ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਦੂਜਾ, ਯਾਨੀ ਲਾਰਡ ਕਾਰਨਵਾਲਿਸ ਦੁਆਰਾ। 87 ਨੰਬਰ ਪ੍ਰਸ਼ਨ ਹੈ 1911 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? ਇਸ ਦਾ ਸਹੀ ਉੱਤਰ ਹੋਵੇਗਾ ਏ, ਯਾਨੀ ਕਿ ਦਿੱਲੀ ਨੂੰ। ਅਗਲਾ ਪ੍ਰਸ਼ਨ ਹੈ, ਕੰਪਨੀ ਨੇ ਮਦਰਾਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਕਿਸ ਦੁਆਰਾ ਕੀਤੀ ਗਈ? ਕੰਪਨੀ ਦੇ ਜਿਹੜੇ ਮਦਰਾਸ ਕੇਂਦਰ ਦੀ ਸਥਾਪਨਾ ਹੈ ਉਹ ਕਿਸ ਦੁਆਰਾ ਕੀਤੀ ਗਈ? ਉਹ ਕੀਤੀ ਗਈ ਸੀ ਫਰਾਂਸਿਸ ਡੇ ਦੁਆਰਾ। ਆਪਸ਼ਨ ਨੰਬਰ ਦੂਜਾ, ਫਰਾਂਸਿਸ ਡੇ ਦੁਆਰਾ। ਅਗਲਾ ਜਿਹੜਾ ਤੁਹਾਡਾ ਪਾਠ ਹੈ ਜਿਸ ਦਾ ਨਾਮ ਹੈ ਕਲਾਵਾਂ, ਚਿੱਤਰਕਾਰੀ, ਸਾਹਿਤ, ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ। ਅਤੇ ਇਸ ਦੇ ਵਿੱਚ 89 ਨੰਬਰ ਪ੍ਰਸ਼ਨ ਹੈ, ਭਾਰਤ ਵਿੱਚ ਸਭ ਤੋਂ ਪਹਿਲਾਂ ਛਾਪਾਖਾਨਾ ਕਦੋਂ ਸ਼ੁਰੂ ਕੀਤਾ ਗਿਆ? ਅਤੇ ਇਸ ਦਾ ਸਹੀ ਉੱਤਰ ਹੋਵੇਗਾ ਪਹਿਲਾ, ਯਾਨੀ ਕਿ 1557 ਦੇ ਵਿੱਚ ਛਾਪਾਖਾਨਾ ਭਾਰਤ ਦੇ ਵਿੱਚ ਸ਼ੁਰੂ ਕੀਤਾ ਗਿਆ। ਅਗਲਾ ਪ੍ਰਸ਼ਨ ਹੈ, ਆਨੰਦ ਮਠ ਨਾਵਲ ਕਿਸ ਨੇ ਲਿਖਿਆ? ਆਨੰਦ ਮਠ ਜਿਹੜਾ ਨਾਵਲ ਹੈ ਉਹ ਬੰਕਿਮ ਚੰਦਰ ਚਟਰਜੀ ਇਹਨਾਂ ਨੇ ਲਿਖਿਆ ਸੀ, ਯਾਨੀ ਇਸ ਦਾ ਸਹੀ ਆਪਸ਼ਨ ਹੈ ਤੀਜਾ, ਬੰਕਿਮ ਚੰਦਰ ਚਟਰਜੀ। ਪ੍ਰਸ਼ਨ ਨੰਬਰ 91 ਹੈ, ਫੋਰਟ ਸੇਂਟ ਜਾਰਜ ਕਿਲ੍ਹਾ ਕਿੱਥੇ ਸਥਿਤ ਹੈ? ਅਤੇ ਇਸ ਦਾ ਸਹੀ ਉੱਤਰ ਹੋਵੇਗਾ ਚੇਨਈ ਦੇ ਵਿੱਚ ਫੋਰਟ ਸੇਂਟ ਜਾਰਜ ਕਿਲ੍ਹਾ ਸਥਿਤ ਹੈ। ਅਗਲਾ ਹੈ, ਬਾਲ ਗੰਗਾਧਰ ਤਿਲਕ ਨੇ ਕਿਹੜੀ ਅਖਬਾਰ ਛਾਪਣੇ ਸ਼ੁਰੂ ਕੀਤੇ ਸਨ? ਅਤੇ ਇਸ ਦੇ ਵਿੱਚ ਆਪਸ਼ਨ ਨੇ ਕੇਸਰੀ, ਮਰਾਠਾ, ਪਹਿਲਾ ਅਤੇ ਦੂਜਾ ਦੋਵੇਂ, ਅਤੇ ਉਪਰੋਕਤ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੋਵੇਗਾ ਤੀਜਾ, ਯਾਨੀ ਕਿ ਕੇਸਰੀ ਅਤੇ ਮਰਾਠਾ ਦੋਵੇਂ ਜਿਹੜੇ ਅਖਬਾਰ ਨੇ ਉਹ
ਤਿਲਕ ਨੇ ਸ਼ੁਰੂ ਕੀਤੇ ਸੀ। ਅਗਲਾ ਹੈ ਬੜੌਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ। ਇਸ ਦੇ ਆਪਸ਼ਨ ਨੇ GR ਸੰਤੋਸ਼, ਗੁਲਾਬ ਸਖ ਤੇ ਸ਼ਾਂਤੀ ਦੇਵ। ਸਹੀ ਉੱਤਰ ਹੈ ਇਸ ਦਾ ਡੀ ਯਾਨੀ ਚੌਥਾ ਉਪਰੋਕਤ ਸਾਰੇ। ਅਗਲਾ ਪਾਠ ਹੈ 18 ਨੰਬਰ, ਜਿਸ ਦਾ ਨਾਮ ਹੈ ਰਾਸ਼ਟਰੀ ਅੰਦੋਲਨ 1885 ਤੋਂ ਲੈ ਕੇ 1919 ਈਸਵੀ ਤੱਕ। ਤੇ ਪ੍ਰਸ਼ਨ ਨੰਬਰ ਹੈ 94, ਭਾਰਤੀ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਕਿਹੜੀ ਸਦੀ ਵਿੱਚ ਪੈਦਾ ਹੋਈ? ਤੇ ਇਸ ਦਾ ਸਹੀ ਉੱਤਰ ਹੋਵੇਗਾ 19ਵੀਂ ਸਦੀ ਦੇ ਵਿੱਚ। 19ਵੀਂ ਸਦੀ ਦੇ ਵਿੱਚ ਭਾਰਤੀ ਲੋਕਾਂ ਦੇ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਈ। 95 ਨੰਬਰ ਪ੍ਰਸ਼ਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? ਤੇ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਦੂਜਾ 28 ਦਸੰਬਰ 1885 ਦੇ ਵਿੱਚ। ਅਗਲਾ ਪ੍ਰਸ਼ਨ ਹੈ 96 ਨੰਬਰ, ਬੰਗਾਲ ਦੀ ਵੰਡ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ? ਤੇ ਇਸ ਦਾ ਸਹੀ ਉੱਤਰ ਹੋਵੇਗਾ ਸੀ ਯਾਨੀ ਕਿ ਲਾਰਡ ਕਰਜ਼ਨ ਦੇ ਸਮੇਂ ਤੇ ਬੰਗਾਲ ਦੀ ਵੰਡ ਹੋਈ। ਇਸ ਤੋਂ ਅੱਗੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ? ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ A.O. ਹਿਊਮ ਨੇ ਕੀਤੀ ਸੀ। ਪਹਿਲਾ ਆਪਸ਼ਨ ਸਹੀ ਆਪਸ਼ਨ ਹੈ। ਅਗਲਾ ਪ੍ਰਸ਼ਨ ਹੈ ਬੰਗਾਲ ਦੀ ਵੰਡ ਕਦੋਂ ਹੋਈ ਸੀ? ਬੰਗਾਲ ਦੀ ਵੰਡ 1905 ਦੇ ਵਿੱਚ ਹੋਈ ਸੀ ਤੇ ਪਹਿਲਾ ਆਪਸ਼ਨ ਸਹੀ ਆਪਸ਼ਨ ਹੈ। ਅਗਲਾ ਪ੍ਰਸ਼ਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਮਾਗਮ ਕਿੱਥੇ ਹੋਇਆ? ਤੇ ਇਸ ਦਾ ਸਹੀ ਉੱਤਰ ਹੈ ਦੂਜਾ ਯਾਨੀ ਸੂਰਤ ਦੇ ਵਿੱਚ। ਅਗਲਾ ਪ੍ਰਸ਼ਨ ਹੈ ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਂਗਾ, ਇਹ ਸ਼ਬਦ ਕਿਸ ਨੇ ਕਹੇ ਸਨ? ਇਸ ਦਾ ਸਹੀ ਉੱਤਰ ਹੈ ਦੂਜਾ ਬਾਲ ਗੰਗਾਧਰ ਤਿਲਕ ਨੇ ਇਹ ਸ਼ਬਦ ਕਹੇ ਸਨ। ਗਦਰ ਪਾਰਟੀ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਇਸ ਦਾ ਸਹੀ ਉੱਤਰ ਹੋਵੇਗਾ ਚੌਥਾ ਯਾਨੀ ਮੋਹਨ ਸਿੰਘ ਭਕਨਾ। ਇਹਨਾਂ ਨੂੰ ਗਦਰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਪਾਠ ਨੰਬਰ 19, ਭਾਰਤੀ ਸੁਤੰਤਰਤਾ ਲਈ ਸੰਘਰਸ਼ 1919 ਤੋਂ 1947 ਤੱਕ। 102 ਨੰਬਰ ਪ੍ਰਸ਼ਨ ਹੈ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਕਦੋਂ ਵਾਪਸ ਪਰਤੇ? ਇਸ ਦਾ ਸਹੀ ਉੱਤਰ ਹੋਵੇਗਾ 1915 ਦੇ ਵਿੱਚ। 1915 ਦੇ ਵਿੱਚ ਮਹਾਤਮਾ ਗਾਂਧੀ ਦੱਖਣ ਅਫਰੀਕਾ ਤੋਂ ਭਾਰਤ ਆਏ ਸਨ। ਅਗਲਾ ਪ੍ਰਸ਼ਨ ਹੈ ਤੁਹਾਡਾ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਸਹੀ ਇਸ ਦਾ ਉੱਤਰ ਹੋਵੇਗਾ ਪੰਡਿਤ ਮੋਤੀ ਲਾਲ ਨਹਿਰੂ ਅਤੇ CR ਦਾਸ ਨੇ। ਇਹਨਾਂ ਦੋਵਾਂ ਨੇ ਮਿਲ ਕੇ ਜਿਹੜੀ ਹੈ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ ਤੇ ਉਪਰੋਕਤ ਦੋਵੇਂ। 104ਵਾਂ ਪ੍ਰਸ਼ਨ ਹੈ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਕਦੋਂ ਹੋਇਆ? ਇਸ ਦਾ ਸਹੀ ਉੱਤਰ ਹੋਵੇਗਾ 13 ਅਪ੍ਰੈਲ 1919 ਯਾਨੀ ਦੂਜਾ। ਅੱਗੇ ਹੈ 105 ਨੰਬਰ ਪ੍ਰਸ਼ਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਕਦੋਂ ਹੋਈ? ਤੇ ਇਸ ਦਾ ਸਹੀ ਉੱਤਰ ਹੋਵੇਗਾ 23 ਮਾਰਚ 1931 ਨੂੰ। ਅਗਲਾ ਪ੍ਰਸ਼ਨ ਹੈ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ? ਤੇ ਇਸ ਦਾ ਸਹੀ ਉੱਤਰ ਹੋਵੇਗਾ ਮਹਾਤਮਾ ਗਾਂਧੀ ਯਾਨੀ A ਆਪਸ਼ਨ ਸਹੀ ਹੈ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਿਸ ਨੇ ਕੀਤੀ ਸੀ? ਤੇ ਇਸ ਦੇ ਵਿੱਚ ਸਹੀ ਜਿਹੜਾ ਉੱਤਰ ਆਵੇਗਾ ਉਹ ਹੈ C ਸੁਭਾਸ਼ ਚੰਦਰ ਬੋਸ ਨੇ। C ਆਪਸ਼ਨ ਇਸ ਦਾ ਸਹੀ ਉੱਤਰ ਹੈ ਯਾਨੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ। 108 ਨੰਬਰ ਕੁਐਸਚਨ ਹੈ 1928 ਵਿੱਚ ਭੇਜੇ ਗਏ ਸਾਈਮਨ ਕਮਿਸ਼ਨ ਦੇ ਕੁੱਲ ਕਿੰਨੇ ਮੈਂਬਰ ਸਨ? ਤੇ ਇਸ ਦੇ ਵਿੱਚ ਸਹੀ ਆਪਸ਼ਨ ਹੈ 7 ਯਾਨੀ ਜਿਹੜਾ ਚੌਥਾ ਆਪਸ਼ਨ ਹੈ ਉਹ ਸਹੀ ਆਪਸ਼ਨ ਹੈ। 109ਵਾਂ ਪ੍ਰਸ਼ਨ ਹੈ ਭਾਰਤ ਕਦੋਂ ਆਜ਼ਾਦ ਹੋਇਆ? ਵੈਰੀ ਸਿੰਪਲ, ਪਹਿਲਾ ਜਿਹੜਾ ਇਸ ਦਾ ਆਪਸ਼ਨ ਹੈ ਸਹੀ ਹੈ 15 ਅਗਸਤ 1947 ਨੂੰ।
ਅਗਲਾ ਪਾਠ ਹੈ ਪਾਠ ਨੰਬਰ 20 ਸੁਤੰਤਰਤਾ ਤੋਂ ਬਾਅਦ ਭਾਰਤ। ਤੇ ਇਸ ਦਾ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 110 ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ। ਇਸ ਦਾ ਸਹੀ ਉੱਤਰ ਹੋਵੇਗਾ 1946 ਦੇ ਵਿੱਚ, ਯਾਨੀ ਆਪਸ਼ਨ ਪਹਿਲਾ ਜਿਹੜਾ ਸਹੀ ਉੱਤਰ ਹੈ 1946 ਦੇ ਵਿੱਚ ਸੰਵਿਧਾਨ ਸਭਾ ਦੀ ਸਥਾਪਨਾ ਹੋਈ ਸੀ। 111ਵਾਂ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦਾ ਪ੍ਰਧਾਨ ਕੌਣ ਸੀ। ਤੇ ਇਸ ਦਾ ਸਹੀ ਉੱਤਰ ਹੈ ਡਾਕਟਰ BR ਅੰਬੇਡਕਰ, ਡਾਕਟਰ BR ਅੰਬੇਦਕਰ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ। ਤੇ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਪਹਿਲਾ ਜਿਹੜਾ ਆਪਸ਼ਨ ਹੈ ਸਹੀ ਹੈ 26 ਜਨਵਰੀ 1950। 113 ਨੰਬਰ ਪ੍ਰਸ਼ਨ ਹੈ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ। ਤੇ ਇਸ ਦਾ ਪਹਿਲਾ ਜਿਹੜਾ ਰਾਸ਼ਟਰਪਤੀ ਹੈ ਭਾਰਤ ਦੇ ਉਹ ਸੀ ਡਾਕਟਰ ਰਾਜਿੰਦਰ ਪ੍ਰਸਾਦ, ਯਾਨੀ ਦੂਜਾ ਆਪਸ਼ਨ ਹੈ ਸਹੀ ਹੈ ਡਾਕਟਰ ਰਾਜਿੰਦਰ ਪ੍ਰਸਾਦ। 114ਵਾਂ ਪ੍ਰਸ਼ਨ ਹੈ 1956 ਈਸਵੀ ਵਿੱਚ ਕਿਸ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ ਸੀ। 1956 ਦੇ ਵਿੱਚ ਜਿਹੜੇ ਰਾਜ ਨੇ ਉਹਨਾਂ ਦਾ ਪੁਨਰਗਠਨ ਕੀਤਾ ਗਿਆ ਸੀ। ਉਸ ਦਾ ਆਧਾਰ ਸੀ ਜਿਹੜਾ ਉਹ ਸੀ ਭਾਸ਼ਾ ਦੇ ਆਧਾਰ 'ਤੇ ਜਿਹੜੇ ਰਾਜ ਹੈ ਉਹ ਦੁਬਾਰਾ ਬਣਾਏ ਗਏ ਸੀ। ਅਗਲਾ ਪ੍ਰਸ਼ਨ ਹੈ 115 ਨੰਬਰ ਭਾਰਤੀ ਸੰਵਿਧਾਨ ਕਮੇਟੀ ਦੇ ਕਿੰਨੇ ਮੈਂਬਰ ਸਨ। ਤੇ ਭਾਰਤੀ ਸੰਵਿਧਾਨ ਕਮੇਟੀ ਦੇ 7 ਮੈਂਬਰ ਸਨ। ਪਿੱਛੇ ਆਪਾਂ ਨੇ ਪੜ੍ਹਿਆ ਸੀ ਕਿ ਸਾਈਮਨ ਕਮਿਸ਼ਨ ਦੇ ਵਿੱਚ ਵੀ 7 ਮੈਂਬਰ ਸਨ ਤੇ ਭਾਰਤੀ ਸੰਵਿਧਾਨ ਕਮੇਟੀ ਹੈ ਇਸ ਦੇ ਵੀ 7 ਮੈਂਬਰ ਸਨ। ਅਗਲਾ ਹੈ ਸਾਰਕ ਦੀ ਸਥਾਪਨਾ ਕਦੋਂ ਹੋਈ ਸੀ। ਸਾਰਕ ਇੱਕ ਦੇਸ਼ਾਂ ਦਾ ਗੁੱਟ ਹੈ ਜਿਸ ਦੀ ਸਥਾਪਨਾ ਕਦੋਂ ਹੋਈ ਸੀ। ਇਸ ਦੀ ਸਥਾਪਨਾ ਹੋਈ ਸੀ 1985 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ ਹੈ ਕਾਰਗਿਲ ਦਾ ਯੁੱਧ ਕਦੋਂ ਹੋਇਆ ਸੀ। ਤੇ ਕਾਰਗਿਲ ਦਾ ਯੁੱਧ 1999 ਈਸਵੀ ਦੇ ਵਿੱਚ ਹੋਇਆ ਸੀ। ਇਸ ਦਾ ਜਿਹੜਾ ਤੀਜਾ ਆਪਸ਼ਨ ਹੈ ਉਹ ਸਹੀ ਆਪਸ਼ਨ ਹੈ। ਸੋ ਬੱਚਿਓ ਇਹ ਤੁਹਾਡੇ ਜਿਹੜੇ ਇਤਿਹਾਸ ਦੇ ਪ੍ਰਸ਼ਨ ਨੇ ਬਹੁ ਵਿਕਲਪੀ ਪ੍ਰਸ਼ਨ ਉਹ ਪੂਰੇ ਹੋ ਚੁੱਕੇ ਨੇ। ਆਪਣਾ ਪਾਰਟ ਨੰਬਰ 2 ਇਤਿਹਾਸ ਦਾ ਪੂਰਾ ਹੋ ਚੁੱਕਿਆ ਹੈ। ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਜੋ ਤੁਹਾਡੇ ਸਾਥੀਆਂ ਤੱਕ ਇਹ ਵੀਡੀਓ ਪਹੁੰਚ ਸਕੇ, ਉਹਨਾਂ ਨੂੰ ਵੀ ਫਾਇਦਾ ਹੋਵੇ ਤੇ ਤੁਹਾਡੀ ਜਿਹੜੀ ਪੇਪਰਾਂ ਦੇ ਲਈ ਤਿਆਰੀ ਹੈ ਉਹ ਵਧੀਆ ਹੋ ਸਕੇ। ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।